ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਭਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰਮੁਖਾ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਅਰਦਾਸ। ਮੂਹ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਪਾਪ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਕਾ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਪੜਿਆ ਗੀ, ਪਾਵਹਿ ਗਤ ਵਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਸੁਰਤ ਸਬਦ ਸਾਖੀ ਮੇਰੇ ਸਿੰਘੀ, ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ। ਭੀਖਿਆ ਨਾਮ ਪੜੇ ਸੁਰਤ ਸਬਦ ਸਾਖੀ ਤੇਰੀ ਸਿੰਘੀ। ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ। ਭੀਖਿਆ ਨਾਮ ਪੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵੱਡਿਆਂ ਭਾਗਾਂ ਵਾਲੇ ਹੋ, ਜੋ ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ
और गुरु ਦੀਆਂ ਬਖਸ਼ਾਂ ਲੈਣ ਵਾਸਤੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਦੇ ਸਥਾਨ ਦੀ ਚੱਲ ਰਹੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦੇ ਸੋਹਣੇ ਪ੍ਰਕਾਸ਼ ਦੀ ਸੇਵਾ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ, ਚੱਲ ਰਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ 876-77 ਅੰਗ 'ਤੇ ਚੱਲ ਰਹੀ ਹੈ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅੰਮ੍ਰਿਤ ਵੇਲੇ ਪਰਮਾਰਥੀ ਵਿਚਾਰ, ਅੰਮ੍ਰਿਤ ਰੂਪ ਬਾਣੀ ਦੀ ਪਿਛਲੇ ਪਹਿਰਾਂ ਵਿਖੇ ਗੁਰ ਇਤਿਹਾਸ ਸੂਰਜ ਪ੍ਰਕਾਸ਼ ਵਿੱਚੋਂ ਸੰਗਤਾਂ ਪ੍ਰਸੰਗ ਸਰਵਣ ਕਰਦੀਆਂ ਹਨ। ਅੱਜ ਵਿਸ਼ੇਸ਼ ਰੂਪ ਦੇ ਵਿੱਚ ਅਮਾਵਸ ਦੇ ਪੁਰਬ 'ਤੇ ਬੇਅੰਤ ਸੰਗਤਾਂ ਮਹਾਰਾਜ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਰਹੀਆਂ ਹਨ। ਬਹੁਤ ਸਾਰੀਆਂ ਸੰਗਤਾਂ ਸਰੋਤੇ ਰੋਜ਼ਾਨਾ ਲਾਹਾ ਲੈਂਦੇ ਹਨ। ਕੋਈ ਹਫ਼ਤੇ ਵਿੱਚੋਂ ਵੀ ਆ ਕੇ ਯਾਤਰਾ ਕਰਦੇ ਹਨ। ਕਈਆਂ ਨੂੰ ਮਹੀਨੇ ਪਿੱਛੋਂ ਸਮਾਂ ਮਿਲਦਾ ਹੈ। ਜਿਹੜੀਆਂ ਦੂਰ ਦੁਰਾਡੇ ਦੀਆਂ ਸੰਗਤਾਂ ਉਹ ਫਿਰ ਸਾਲ ਜਾਂ ਕਈ ਸਾਲ ਵੀ ਬੀਤ ਜਾਂਦੇ ਹਨ ਪ੍ਰਦੇਸ਼ਾਂ ਵਿੱਚ। ਪਰ ਜਿਹੜੇ ਗੁਰਸਿੱਖ ਨਾਮ ਬਾਣੀ ਦੇ ਰਸੀਏ ਆ, ਉਹਨਾਂ ਦੀ ਸੁਰਤੀ ਵਿਰਤੀ ਮਹਾਰਾਜ ਦੇ ਸਥਾਨਾਂ ਦੀ ਯਾਤਰਾ ਵਾਸਤੇ ਬਣੀ ਰਹਿੰਦੀ ਹੈ। ਕਦੋਂ ਸਮਾਂ ਮਿਲੇ ਮਹਾਰਾਜ ਦੇ ਧਾਮਾਂ ਦੀ ਯਾਤਰਾ, ਤਖ਼ਤ ਸਾਹਿਬਾਂ ਦੀ ਯਾਤਰਾ, ਹੋਰ ਇਤਿਹਾਸਕ ਸਥਾਨ ਜੋ ਉਹਨਾਂ ਦੀ ਯਾਤਰਾ ਕੀਤੀ ਜਾ ਸਕੇ। ਇਤਿਹਾਸ ਸੁਣਿਆ ਹੋਵੇ, ਫਿਰ ਉਹਨਾਂ ਅਸਥਾਨਾਂ ਦੀ ਯਾਤਰਾ ਕਰਨਾ ਬੜਾ ਭਾਰੀ ਆਨੰਦ ਹੁੰਦਾ ਹੈ। ਇਸ ਸਥਾਨ 'ਤੇ ਮਹਾਰਾਜ ਨੇ ਫਲਾਣੇ ਫਲਾਣੇ ਕੌਤਕ ਕੀਤੇ ਹਨ। ਉਸ ਸਥਾਨ 'ਤੇ ਜਾਣੋ ਇਤਿਹਾਸ ਕੁਦਰਤੀ ਸਾਹਮਣੇ ਆ ਜਾਂਦਾ ਹੈ। ਜਾਂ ਇਤਿਹਾਸ ਨਾਲ ਕਈ ਸਥਾਨ ਹੈ ਜਿਨ੍ਹਾਂ ਬਾਰੇ ਵਾਕਫੀ ਮਿਲਦੀ ਹੈ। ਇਹ ਇੱਛਾ ਹੁੰਦੀ ਹੈ ਕਿ ਇਤਿਹਾਸ ਵਿੱਚ ਪ੍ਰਸੰਗ ਸੁਣੇ ਸੀ ਕਿ ਉੱਥੇ ਜਦੋਂ ਜਾਣ ਦਾ ਸਮਾਂ ਮਿਲੇ ਮਹਾਰਾਜ ਦੇ ਉਹਨਾਂ ਸਥਾਨਾਂ ਦੀ ਵੀ ਯਾਤਰਾ ਕੀਤੀ ਜਾਵੇ। ਸੋ ਇਸ ਵਾਸਤੇ ਜਿਵੇਂ ਹੁਣ ਬਹੁਤ ਸਾਰੇ ਗੁਰਸਥਾਨ ਇਤਿਹਾਸਕ ਦੇਸ਼ ਦੇ ਬਟਵਾਰੇ ਵੇਲੇ ਪਾਕਿਸਤਾਨ 'ਚ ਰਹਿ ਗਏ। ਪਿੱਛੇ ਹੁਣ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਮਨਾਇਆ। ਜਿਨ੍ਹਾਂ ਨੂੰ ਵੀਜ਼ੇ ਮਿਲੇ ਉਹੀ ਕਰਤਾਰਪੁਰ ਸਾਹਿਬ ਗਏ, ਕਿਉਂਕਿ ਜਦੋਂ ਨਹੀਂ ਸੀ ਕਿ ਕਰਤਾਰਪੁਰ ਸਾਹਿਬ ਸਮੁੱਚਾ ਪੰਥ ਇਕੱਠਾ ਹੁੰਦਾ ਸੀ, ਹੁਣ ਉਹ ਇਸ ਤਰ੍ਹਾਂ ਦੀ ਦੇਸ਼ ਚਾਲ ਬਣ ਗਈ ਹੈ। ਸੋ ਇਸ ਵਾਸਤੇ ਸ਼੍ਰੀ ਨਨਕਾਣਾ ਸਾਹਿਬ ਹੈ, ਪੰਜਾਬ ਸਾਹਿਬ ਹੈ, ਡੇਰਾ ਸਾਹਿਬ ਹੈ, ਸੱਚਾ ਸੌਦਾ ਹੈ, ਔਰ ਓੜੀ ਸਾਹਿਬ ਬੇਅੰਤ ਸਥਾਨ ਹੈ। ਜਿਗਿਆਸੂਆਂ ਦੇ ਮਨ 'ਚ ਭਾਵਨਾ ਹੁੰਦੀ ਹੈ ਵੀਜ਼ਾ ਲੈ ਕੇ ਜਾਈਏ
ਉਹਨਾਂ ਸਥਾਨਾਂ ਦੀ ਵੀ ਯਾਤਰਾ ਕਰੀਏ। ਬੰਦ ਪਏ ਆ ਕੁਝ ਸਥਾਨ ਆ ਜਿੱਥੇ ਰੋਜ਼ਾਨਾ ਕੋਈ ਪ੍ਰਕਾਸ਼ ਵਗੈਰਾ ਨਿਤਨੇਮ ਹੁੰਦਾ ਹੈ। ਵੇਖ ਕੇ ਮਨ ਨੂੰ ਕਸ਼ਟ ਵੀ ਬੜਾ ਆਉਂਦਾ। ਅਰਦਾਸਾਂ ਵੀ ਸੰਗਤਾਂ ਕਰਦੀਆਂ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਉਹਨਾਂ ਦੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇੱਕ ਤੜਫਿਆ ਨੂੰ ਪਿਆਰ ਹੈ। ਸੋ ਇਸੇ ਤਰ੍ਹਾਂ ਇਹ ਭਾਗਾਂ ਨਾਲ ਭਰੀ ਹੈ। ਸੋ ਇੱਥੇ ਦੇਖੋ ਨਗਰ ਨਿਵਾਸੀ, ਇਲਾਕਾ ਨਿਵਾਸੀ, ਦੂਰ ਦਰਾਡਿਓਂ ਸੰਗਤਾਂ ਆ ਕਰਕੇ ਸ੍ਰੀ ਬੇਰ ਸਾਹਿਬ ਤਥਾ ਸੰਬੰਧਿਤ ਸਥਾਨ ਗੁਰਦੁਆਰਾ ਗੁਰੂ ਕਾ ਬਾਗ, ਹੱਟ ਸਾਹਿਬ, ਬੇਰ ਸਾਹਿਬ ਹੈ, ਅੰਤਰਜਾਮਤਾ, ਸੰਤ ਘਾਟ ਹੈ, ਕੋਟੜੀ ਸਾਹਿਬ ਹੈ, ਸ਼ੇਰਾ ਸਾਹਿਬ ਹੈ, ਡੱਲਾ ਸਾਹਿਬ ਦੇ ਸਥਾਨ ਹੈ। ਸੰਗਤਾਂ ਲਾਹਾ ਪ੍ਰਾਪਤ ਕਰਦੀਆਂ। ਯਾਤਰਾ ਦਾ ਮੂਲ ਪ੍ਰਯੋਜਨ ਕੀ ਹੈ? ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸ਼ਬਦ ਦੀ ਵਿਚਾਰ ਸੁਣਨੀ ਕਰਨੀ, ਗੁਰੂ ਘਰ ਪ੍ਰਬੰਧਕਾਂ ਨਾਲ ਸਹਿਯੋਗ ਬਣਾ ਕੇ ਸੇਵਾ ਕਰਨੀ ਔਰ ਕਥਾ ਕੀਰਤਨ ਸੁਣਨਾ, ਨਾਮ ਬਾਣੀ ਦਾ ਅਭਿਆਸ ਕਰਨਾ, ਨਿਯਮ ਵਿੱਚ ਮਰਜ਼ਾਦਾ ਵਿੱਚ ਰਹਿ ਕੇ ਯਾਤਰਾ ਕਰਨੀ, ਸੰਗਤ ਨੂੰ ਗੁਰੂ ਰੂਪ ਜਾਣ ਕੇ ਕਿਸੇ ਦੇ ਧਨ ਪਦਾਰਥ ਦੀ ਵੀ ਚੋਰੀ ਨਹੀਂ ਕਰਨੀ, ਦ੍ਰਿਸ਼ਟੀ ਵੀ ਪਾਕ ਪਵਿੱਤਰ ਰੱਖਣੀ। ਉਹ ਜਿਹੜੀ ਨਿਯਮ ਅਸੂਲ ਵਿੱਚ ਕੀਤੀ ਹੋਈ ਯਾਤਰਾ ਉਹ ਸਫਲ ਹੁੰਦੀ ਹੈ। ਅਤੇ ਜੇ ਨਿਯਮ ਦੀ ਉਲੰਘਣਾ ਕੀਤੀ ਜਾਏ ਫਿਰ ਤੀਰਥ ਨਹਾਵਣ ਜਾਓ। ਤੀਰਥ ਨਾਮ, ਉੱਥੇ ਤਾਂ ਨਾਮ ਜਪਣਾ ਨਾ। ਅਤੇ ਦੂਏ ਪਾਸੇ ਮਹਾਰਾਜ ਕਹਿੰਦੇ 68 ਤੀਰਥ ਜਿਹੜੇ ਹੈ ਭਾਵੇਂ ਨਹਾ ਲੈ, ਅਤੇ ਜਿੰਨਾ ਚਿਰ ਮਨ 'ਚੋਂ ਕਪਟ ਨਹੀਂ ਤਿਆਗਦਾ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆਂ ਦੋ ਭਾ ਚੜ੍ਹੀ ਅਸੋਰ। ਇਹ ਤਾਂ ਉਹ ਗੱਲ ਬਣ ਜਾਂਦੀ ਹੈ। ਇਸ ਪਾਸੇ ਨਿਯਮ ਵਿੱਚ ਰਹਿ ਕੇ, ਮਰਜ਼ਾਦਾ ਵਿੱਚ ਰਹਿ ਕੇ ਯਾਤਰਾ ਕਰਨੀ ਹੈ। ਉਹ ਯਾਤਰਾ ਫਿਰ ਮਹਾਰਾਜ ਨੂੰ ਪ੍ਰਵਾਨ ਹੁੰਦੀ ਹੈ। ਸੋ ਆਓ ਅੱਜ ਦਾ ਜੋ ਗੁਰ ਸ਼ਬਦ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ, ਜਿਨ੍ਹਾਂ ਦਾ ਇਹ ਪਵਿੱਤਰ ਸਥਾਨ ਉਹਨਾਂ ਦੇ ਆਪਣੇ ਮੁਖਾਰਬਿੰਦ ਤੋਂ ਇਹ ਬਾਣੀ ਜੋ ਸਦੀਆਂ ਪਹਿਲਾਂ ਉਚਾਰੀ ਗਈ, ਅੱਜ ਵੀ ਉਸੇ ਤਰ੍ਹਾਂ ਨਵੀਨ ਆ। ਇਹਦੀ ਬਰਕਤ ਵੀ ਉਨੀ ਕਿੰਨੀ ਹੈ। ਪਿਆਰ ਦੇ ਨਾਲ ਯੋਗੀਆਂ ਦੇ ਨਾਲ ਵਿਚਾਰ ਹੋ ਰਹੀ ਹੈ। ਵਿਚਾਰ ਸਰਵਣ ਕੇ ਕਰਕੇ ਸਮਾਂ ਸਫਲ ਬਣਾਈਏ, ਲਾਹਾ ਪ੍ਰਾਪਤ ਕਰੀਏ। ਮਨ ਬਿਰਤੀ ਦੀ ਇਕਾਗਰਤਾ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਰਾਗ ਪਹਿਲੇ ਪਾਤਸ਼ਾਹ
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਬਖਸ਼ਿਸ਼ ਕਰਦੇ ਹਨ। ਸੁਰਤ ਸਬਦ ਸਾਖੀ ਮੇਰੀ ਸਿੰਘੀ, ਬਾਜੈ ਲੋਕ ਸੁਣੇ। ਇਹ ਜੋਗੀਓ, ਜਿਹੜੀ ਸਾਡੀ ਸੁਰਤੀ ਹੈ, ਮਨ ਦਾ ਧਿਆਨ ਆ, ਇਹ ਨਿਰੰਕਾਰ ਦੇ ਚਰਨਾਂ ਨਾਲ ਜੋ ਜੁੜਿਆ ਰਹਿਣਾ ਹੈ, ਇਹ ਸਾਡੀ ਸਿੰਘੀ ਵੱਜ ਰਹੀ ਹੈ। ਇੱਕ ਤਾਰਾ ਵੱਜ ਰਿਹਾ ਹੈ, ਕਿਉਂਕਿ ਜੋਗੀ ਲੋਕ ਜਿਹੜੇ ਉਹ ਸਿੰਘੀ ਇੱਕ ਤਾਂ ਤਾਰਾ ਜਿਹਾ ਰੱਖਦੇ, ਇੱਕ ਸਿੰਘੀ ਹਰਨ ਦੀ ਹੁੰਦੀ ਹੈ, ਸਿੰਘ ਜਿਹਾ ਉਹਨੂੰ ਵਜਾਉਂਦੇ ਆ। ਹੁਣ ਤਾਂ ਜੋਗੀ ਬਹੁਤ ਘੱਟ ਨਜ਼ਰ ਆਉਂਦੇ ਆ। ਬਚਪਨ 'ਚ ਦੇਖਿਆ ਪਿੰਡਾਂ 'ਚ ਆਮ ਆਉਂਦੇ ਸੀ, ਸਿੰਘੀ ਵਜਾਉਣੇ, ਔਲਖ ਔਲਖ ਬੋਲਦੇ ਸੀ। ਇੱਕ ਡੰਡਾ ਜਿਹਾ ਹੋਣਾ, ਕਾਂਸੀ ਦੀ ਥਾਲੀ 'ਚ ਮੋਰੀ, ਉਹ ਉਂਗਲ ਨਾਲ ਚਲਾ ਕੇ ਉਹਨਾਂ ਨੇ ਮਾਰਨੀ ਆਕਾਸ਼ ਵੱਲ ਨੂੰ, ਇਹ ਡੰਡੇ 'ਤੇ ਉਹ ਬੋਚਣੀ। ਇਹਨਾਂ ਵੀ ਲੋਕ ਬੜੇ ਇਕੱਠੇ ਹੋ ਜਾਂਦੇ ਸੀ। ਅਤੇ ਸਿੰਘੀ ਦੇ ਵਿੱਚ ਵੀ ਜਿਵੇਂ ਬੰਸਰੀ ਹੁੰਦੀ, ਮੁਰਲੀ, ਉਹਦੇ 'ਚ ਨਹੀਂ ਥੋੜ੍ਹਾ ਕੋਈ ਰਾਗ ਦੀ ਅਲਾਪਚਾਰੀ ਕਰਨੀ, ਉਹ ਸੁੰਦਰ ਆਵਾਜ਼ ਸੁਣ ਕੇ ਫਿਰ ਆਮ ਲੋਕ ਇਕੱਠੇ ਹੋ ਜਾਂਦੇ ਆ। ਫਿਰ ਉਹ ਆਪਣਾ ਉਹਨਾਂ ਨੇ ਝੋਲੀ ਵਗੈਰਾ, ਖੱਪਰ ਜਿਹਾ, ਪਾਤਰ, ਭਾਂਡਾ, ਭਿਖਿਆ ਵਗੈਰਾ ਕਰਨੀ, ਜੋ ਮਹਾਰਾਜ ਦੇ ਨਾਲ ਵਿਚਾਰ ਕਰਦੇ ਹੈ ਕਿ ਸਾਡੇ ਯੋਗੀਆਂ ਕੋਲ ਤਾਂ ਸਿੰਘੀ ਹੁੰਦੀ ਹੈ। ਇਸ ਤਰ੍ਹਾਂ ਭਿਕਸ਼ਾ ਵਾਸਤੇ ਪਾਤਰ, ਭਾਂਡਾ ਹੁੰਦਾ ਹੈ, ਬਟੂਆ ਜਿਹਾ ਹੁੰਦਾ ਭਭੂਤੀ ਲਈ, ਅਤੇ ਸਮਾਨ ਰੱਖਣ ਵਾਸਤੇ ਬਗਲ ਵਿੱਚ ਝੋਲੀ ਪਾਈ ਹੁੰਦੀ ਹੈ, ਅਤੇ ਉਹ ਮਹਾਰਾਜ ਦੇ ਨਾਲ ਵਿਚਾਰਧਾਰਾ ਚੱਲਦੀ ਹੈ। ਪਾਤਸ਼ਾਹ ਕਹਿੰਦੇ ਜਿਹੜੀ ਸਾਡੀ ਸੁਰਤੀ ਨਿਰੰਕਾਰ ਦੇ ਸ਼ਬਦ ਦੁਆਰਾ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਹੋਈ ਹੈ, ਇੱਕ ਰਸ ਅੰਦਰੋਂ ਪਹਿਲਾਂ ਵਰਣਾਤਮਕ ਸ਼ਬਦ ਦਾ ਉਚਾਰਨ ਕਰਦੇ ਰਸਨਾ ਨੂੰ, ਫਿਰ ਉਸ ਤੋਂ ਜਿਹੜੀ ਧੁਨ ਪੈਦਾ ਹੁੰਦੀ ਹੈ, ਇਹ ਸਾਡੀ ਸਿੰਘੀ ਵੱਜ ਰਹੀ, ਅਤੇ ਸਾਰਾ ਸੰਸਾਰ ਇਸ ਨੂੰ ਸੁਣ ਰਿਹਾ ਹੈ। ਪਤ ਝੋਲੀ ਮੰਗਣ ਕੈ ਕਾਈ। ਫਿਰ ਕਹਿੰਦੇ ਭਿਖਿਆ ਮੰਗਣ ਵਾਸਤੇ ਜਿਹੜਾ ਅਸੀਂ ਆਪਣਾ ਹਿਰਦੇ ਨੂੰ ਸ਼ੁੱਧ ਕਰ ਲਿਆ, ਜਗਿਆਸੂ ਬਣ ਕੇ, ਇਹ ਪੱਥ ਪਾਤਰ, ਇਹ ਸਾਡਾ ਭਾਂਡਾ, ਖੱਪਰਿਆ ਉੱਚੀ ਪੀ 'ਤੇ ਸਾਬਤੀ ਹੁੰਦੀ ਹੈ ਨਾ, ਉਹ ਜਿਹੜਾ ਅੱਧਾ ਹੁੰਦਾ ਉਹਨੂੰ ਉਹ ਪਾਤਰ ਕਹਿੰਦੇ ਆ। ਇਹ ਸਾਡਾ ਭਾਂਡਾ ਹੈ। ਭਿਖਿਆ ਨਾਮ ਪੜੇ। ਅਤੇ ਨਾਮ ਰੂਪੀ ਨਿਰੰਕਾਰ ਦੇ ਚਰਨਾਂ 'ਚੋਂ ਅਸੀਂ ਭਿਖਿਆ ਲੈਂਦੇ ਹਾਂ। ਇੱਕ ਦਖਣਾ ਹੋਣ ਤੋਂ ਪਹਿ ਮੰਗੋ, ਦੇਹੋ ਆਪਣਾ ਨਾਮ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਇਹ ਜਿਹੜੀ ਭਿਖਿਆ ਆ, ਇੱਕ ਤਾਂ ਬੜਾ ਹੌਲਾ ਹੋਣਾ ਪੈਂਦਾ, ਮੰਗਣ ਗਿਆ ਸੋ ਮਰ ਗਿਆ, ਮੰਗਣ ਮੂਲ ਨਾ ਜਾ, ਮਰ ਕੇ ਹੀ ਆ ਨਾ। ਕਈ ਤਰ੍ਹਾਂ ਦੀਆਂ ਲੋਕ ਗੱਲਾਂ ਕਰਦੇ ਆ, ਸੁਣਨੀਆਂ ਪੈਂਦੀਆਂ। ਅਤੇ ਸਾਡਾ ਤਾਂ ਹੈ ਵੀ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹ ਸਿਧਾਂਤ ਹੈ। ਭਿਖਿਆ ਅਸੀਂ ਕਾਹਦੀ ਮੰਗਦੇ ਹਾਂ? ਨਾਮ ਦੀ ਭਿਖਿਆ ਮੰਗਦੇ ਹਾਂ, ਗੁਰਸਿੱਖੀ ਦੀ, ਮਰਜ਼ਾਦਾ ਦੀ, ਸ਼ੁਭ ਗੁਣਾਂ ਦੀ। ਜਿਹੜਾ ਹਿਰਦੇ ਨੂੰ ਅਸੀਂ
ਬਾਣੀ ਪੜ੍ਹ ਕੇ ਸੇਵਾ ਕਰ ਕਰ ਸ਼ੁੱਧ ਕਰ ਲਿਆ ਆਪਣੇ ਅੰਤਸ਼ਕਰਨ ਨੂੰ। ਇਹ ਅੰਤਸ਼ਕਰਨ ਰੂਪੀ ਪਾਤਰ ਹੈ, ਇਹਦੇ 'ਚ ਅਸੀਂ ਨਾਮ ਰੂਪੀ ਭਿਖਿਆ ਨੂੰ ਪਾਉਂਦੇ ਹਾਂ ਅਤੇ ਮਹਾਰਾਜ ਦੇ ਕੋਲੋਂ ਅਸੀਂ ਇਸ ਨਾਮ ਰੂਪੀ ਭਿਖਿਆ ਨੂੰ ਮੰਗਦੇ ਹਾਂ। ਬਾਬਾ ਗੋਰਖ ਜਾਗੈ। ਇਸ ਵਾਸਤੇ ਗੋਰਖ ਜਿਹੜਾ ਗੋ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ, ਉਹ ਤਾਂ ਸਦਾ ਹੀ ਜਾਗਦਾ ਹੈ। ਸਤਿਗੁਰ ਜਾਗਤਾ ਹੈ ਦਿਓ, ਤੀਨ ਦੇ ਪ੍ਰਤੱਖ ਤੁਰੈ, ਕਰੈ ਕਿਸ ਕੀ ਸੇਵ, ਭੂਲੀ ਮਾਲਨੀ ਹੈ ਓ। ਮਾਲਣ ਭੁੱਲ ਅੰਪਲਾ ਨੇ ਨਾ, ਉਹ ਮਾਲਣ ਭੁੱਲ ਤੋੜ ਰਹੀ ਹੈ ਪੂਜਾ ਵਾਸਤੇ। ਬ੍ਰਹਮ ਪਾਤੀ ਵਿਸ਼ਨ ਡਾਲੀ, ਫੂਲ ਸੰਕਰ ਦਿਓ। ਆ ਡਾਲੀ ਬ੍ਰਹਮਾ, ਪੱਤੇ ਜਿਹੜੇ ਵਿਸ਼ਨੂੰ, ਫੁੱਲ ਸ਼ਿਵ ਜੀ ਹੈ। ਤੀਨ ਦੇ ਪ੍ਰਤੱਖ ਤੁਰੈ, ਕਸੈ ਕਰਿਆ ਕਿਸ ਕੀ ਸਿਓ। ਆ ਜੀਂਦਾ ਜਾਗਦਾ ਫੁੱਲ ਕਿਹਨਾਂ ਨੂੰ ਸੁਗੰਧੀ ਦੇ ਰਿਹਾ ਸੀ, ਬਾਜੂ ਮੰਡਲ ਸ਼ੁੱਧ ਕਰ ਰਿਹਾ ਸੀ। ਕਿਵੇਂ ਖਿੜਿਆ ਹੋਇਆ ਸੀ, ਉਹਨੂੰ ਦੇਖ ਕੇ ਪ੍ਰੇਮੀਆਂ ਦੇ ਵੀ ਮਨ ਖਿੜ ਜਾਂਦੇ ਸੀ, ਦਿਮਾਗ ਵੀ ਸੁਗੰਧੀ ਨਾਲ ਤਰੋ ਤਾਜ਼ਾ ਹੋ ਜਾਂਦਾ ਸੀ। ਕਹਿੰਦੀ ਆ ਕੇ ਤੂੰ ਪੱਥਰ ਅੱਗੇ ਚੜਾਉਣੇ ਆ, ਬੁੱਤ ਅੱਗੇ ਇਹਦੀ ਪੂਜਾ ਕਰਨੀ ਹੈ। ਇਹ ਤਿੰਨੇ ਦੇਵਤਿਆਂ ਦਾ ਵਿੱਚ ਨਿਵਾਸ ਸੀ, ਉਹ ਤਾਂ ਤੂੰ ਤੋੜ ਮਰੋੜ ਦਿੱਤਾ ਹੈ। ਜੋ ਪਾਥਰ ਕੋ ਕਹਤੇ ਦੇਵ, ਪੱਥਰ ਨੂੰ ਕਹਿੰਦੇ ਉਹਨਾਂ ਹੀ ਤਾਂ ਕਾਲ ਵਿਅਰਥ ਚਲੇ ਜਾਂਦੀ ਹੈ ਨਾ। ਜੋ ਪਾਥਰ ਕੀ ਪਾਈ ਪਾਏ, ਤਿਨ ਕੀ ਘਾਲ ਜਾਈ ਜਾਏ, ਇਸ ਤਰ੍ਹਾਂ ਦੇ ਵੀ ਬਚਨ ਵਗੈਰਾ ਹੈਗੇ ਆ। ਇਹ ਜੀਂਦਾ ਜਾਗਤੇ ਦਾ ਤਾਂ ਤੋੜ ਮਰੋੜ ਦਿੱਤੇ। ਕਹਿੰਦੇ ਇਹ ਮਾਲਣ ਤੂੰ ਭੁੱਲੇ ਆ, ਅਸੀਂ ਨਹੀਂ ਭੁੱਲੇ, ਅਸੀਂ ਤਾਂ ਚੇਤਨ ਸੱਤਾ ਨੂੰ ਦੇਖ ਰਹੇ ਹਾਂ। ਉਹ ਗੋਰਖ ਜੋ ਗੋ ਪ੍ਰਿਥਵੀ ਦੀ ਰੱਖਿਆ ਕਰਨੇ ਵਾਲਾ ਹੈ। ਗੋਰਖ ਸੋ ਜਿਨ ਕੋਏ ਖਾਲੀ। ਗੋਰਖ ਹੋ ਅੱਜ ਇਸਨੇ ਸਾਰੀ ਇਸ ਧਰਤੀ ਦੇ ਵਜਨ ਨੂੰ ਚੁੱਕਿਆ ਹੋਇਆ। ਧਰਤੀ ਉਹਦੇ ਆਸਰੇ ਖੜੀ ਹੈ ਨਾ। ਹੁਣ ਧਰਤੀ ਤੋਂ ਸਿਆਣੇ ਦੱਸਦੇ ਵੀ 10 ਗੁਣਾ ਪਾਣੀ ਜ਼ਿਆਦਾ ਹੈ। ਜਿਵੇਂ ਕਿਸ਼ਤੀ ਹੁੰਦੀ ਨਾ ਪਾਣੀ 'ਚ, ਇਸ ਤਰ੍ਹਾਂ ਆ ਧਰਤੀ। ਤੇ ਜਿਹੜੇ ਸਾਇੰਸਦਾਨ ਵਿਗਿਆਨੀ ਹੈ, ਉਹ ਇਹ ਗੱਲ ਮੰਨਦੇ ਆ ਕਿ ਗੁਰੂ ਤਾਂ ਖਿੱਚਣਾ ਧਰਤੀ ਖੜੀ ਹੈ। ਆਕਾਸ਼ ਧਰਤੀ ਨੂੰ ਆਪਣੇ ਵੱਲ ਖਿੱਚ ਰਿਹਾ, ਧਰਤੀ ਆਕਾਸ਼ ਨੂੰ ਇਸ ਖਿੱਚਣਾ ਖੜੀ ਤੇ ਡੁੱਬ ਨਹੀਂ ਰਹੀ ਹੈ। 4 ਚੁਫੇਰੇ ਪਾਉਣੇ ਆ। ਪਰ ਸਵਾਲ ਇਹ ਹੈ ਕਿ ਆਕਾਸ਼ ਨੂੰ ਕਿਹਨੇ ਪੈਦਾ ਕੀਤਾ, ਧਰਤੀ ਕਿਹਨੇ ਪੈਦਾ ਕੀਤੀ, ਬਾਕੀ ਤੱਤ ਕਿਹਨੇ ਪੈਦਾ ਕੀਤੇ। ਆਕਾਸ਼ ਤੇ ਧਰਤੀ ਦੇ ਵਿੱਚ ਜਿਹੜੀ ਗੁਰੂਤਾ ਖਿੱਚਿਆ ਉਹ ਕਿਹਨੇ ਰੱਖੀ ਹੈ, ਜਿਹਦਾ ਤੇ ਨਾ ਬੁੱਧੀਜੀਵੀਆਂ ਕੋਈ ਜਵਾਬ ਨਹੀਂ ਨਾ। ਚਲੋ ਇਹ ਗੱਲ ਮੰਨ ਲਈ ਵੀ ਆਕਾਸ਼ ਧਰਤੀ ਨੂੰ ਖਿੱਚ ਰਿਹਾ ਤੇ ਧਰਤੀ ਆਕਾਸ਼ ਨੂੰ ਖਿੱਚ ਰਹੀ ਹੈ, ਇੱਕ ਦੂਜੇ ਦੀ ਖਿੱਚਣਾ ਚੱਲ ਰਹੇ ਹੈ। ਹੁਣ ਗਾਹਾਂ ਪ੍ਰਸ਼ਨ ਮੁੱਕਿਆ ਨਹੀਂ ਕਿ ਆਕਾਸ਼ ਕਿਹਨੇ ਪੈਦਾ ਕੀਤਾ, ਧਰਤੀ ਕਿਹਨੇ ਪੈਦਾ ਕੀਤੀ। ਪਾਣੀ ਹੈ, ਅੱਗ ਹੈ, ਹਵਾ ਹੈ, ਉਹਨਾਂ ਵਿੱਚ ਜਿਹੜੀ ਗੁਰੂਤਾ ਖਿੱਚ ਸੀ ਉਹ ਕਿਹਨੇ ਰੱਖੀ। ਆਕਾਸ਼ ਆਪੇ ਹੀ ਪੈਦਾ ਹੋ ਗਿਆ ਜਾਂ ਧਰਤੀ ਆਪ ਪੈਦਾ ਹੋਈ, ਜਾਂ ਇਹਨਾਂ 'ਚ ਗੁਰੂਤਾ ਖਿੱਚ ਆਪੇ ਹੀ ਪੈਦਾ ਹੋ ਗਈ। ਜੇ ਕਹੀਏ ਐਟੋਮੈਟਿਕ ਹੈ, ਐਟੋਮੈਟਿਕ ਨੂੰ ਤਾਂ ਕੋਈ ਪੈਦਾ ਕਰੂਗਾ ਤਾਂ ਹੁੰਦਾ ਤਾਂ ਆਪਣੇ ਆਪ ਹੀ ਐਟੋਮੈਟਿਕ ਹੋ ਜਾਂਦਾ। ਜਿਹੜੀਆਂ ਐਟੋਮੈਟਿਕ ਚੀਜ਼ਾਂ ਅੱਜ ਕੱਲ੍ਹ ਹੈਗੀਆਂ, ਉਹਦੇ ਪਿੱਛੇ ਵੀ ਉਹਨਾਂ ਨੂੰ ਪੈਦਾ ਕਰਨ ਵਾਲਾ ਕੋਈ ਹੈਗਾ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ।
ਜਲ ਤੇ ਤਿਰ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਪੰਜ ਤਤ ਕਰ ਕਾਇਆ ਕੀਨੀ, ਤਤ ਕਾਂ ਤੇ ਕੀਨਰੇ। ਇਹ ਤਾਂ ਮੰਨ ਲਿਆ ਕਿ ਪੰਜਾਂ ਤੱਤਾਂ ਤੋਂ ਸਰੀਰ ਜਾਂ ਹੋਰ ਬਨਾਵਟ ਹੋ ਗਈ। ਇਹ ਪੰਜ ਤੱਤ ਕਿਹਨੇ ਪੈਦਾ ਕੀਤੇ? ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ। ਇਹ ਛੇਵਾਂ ਕੀਤਾ ਜੇ ਕਿਸੇ ਤੋਂ ਕੀਤਾ ਹੁੰਦਾ। ਇਹ ਕਹਿੰਦੇ ਛੇਵਾਂ ਮਾਨਿਆ। ਮਨ ਕਿਹਨੇ ਪੈਦਾ ਕੀਤਾ? ਮਨ ਨੂੰ ਵੀ ਤਾਂ ਕਿਸੇ ਨੇ ਪੈਦਾ ਕੀਤਾ। ਇਹੋ ਕਿ ਆਪਣੇ ਆਪੇ ਜੰਮ ਪਿਆ। ਇਹਨਾਂ ਗੱਲਾਂ ਦਾ ਇਹਨਾਂ ਕੋਲ ਕੋਈ ਉੱਤਰ ਨਹੀਂ ਹੈ। ਉਹ ਬਾਣੀ ਵਿਚਾਰ ਦੱਸਦੀ ਹੈ। ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ। ਜਲ ਤੇ ਤਿਰ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਘਟਾਂ ਘਟਾਂ ਵਿੱਚ ਜਿਹੜੀ ਉਹਦੀ ਜੋਤ ਸਮਾਈ ਹੋਈ ਹੈ, ਉਹ ਜੋਤੀ ਪਰਮਾਤਮਾ ਦੀ ਸੱਤਾ ਨਾਲ ਸਾਰੀ ਕਿਰਿਆ ਹੋ ਰਹੀ ਹੈ। ਤੁਸੀਂ ਤਾਂ ਜਿਹੜਾ ਨੌਆਂ ਨਾਥਾਂ ਦਾ ਮੁਖੀ ਉਹਨੂੰ ਗੋਰਖ ਕਹਿੰਦੇ ਆ ਕਿ ਸਾਡਾ ਉਹ ਗੁਰੂ ਮਛੰਦਰ ਦਾ ਜਿਹੜਾ ਚੇਲਾ ਸੀ, ਇਹ ਸਾਡਾ ਗੋਰਖ ਕੌਣ ਆ? ਜਿਹਨੇ ਸਾਰੀ ਗੋਏ ਧਰਤੀ ਨੂੰ, ਧਰਤੀ 'ਤੇ ਰਹਿਣ ਵਾਲੇ ਜੀਵਾਂ ਨੂੰ ਉਠਾਲਿਆ ਹੋਇਆ। ਇਹਨਾਂ ਨੂੰ ਪੈਦਾ ਕਰਨ ਵਾਲਾ, ਸਥਿਤ ਕਰਨ ਵਾਲਾ, ਪਾਲਣਾ ਪੋਸ਼ਣਾ ਕਰਨ ਵਾਲਾ, ਸਾਰੀ ਕਿਰਿਆ ਕਰਨ ਕਰਾਉਣ ਵਾਲਾ, ਉਹ ਸਾਡਾ ਗੋਰਖ ਹੈ। ਇਸ ਵਾਸਤੇ ਗੋਰਖ ਸੋ ਜੋ ਗੋਏ ਅਠਾਲੀ, ਐਸਾ ਮਹਾਰਾਜ ਦੱਸਦੇ ਹਨ। ਕਰਤੇ ਪਾਰ ਨਾ ਲਾਗੈ। ਉਹ ਜਿਹੜਾ ਕਰਤਾ ਪੁਰਖ ਆ ਨਾ, ਉਹਨੂੰ ਇਹ ਰਚਨਾ ਕਰਨ ਲਈ, ਰਚਨਾ ਨੂੰ ਖਿੰਨ ਪਿੰਨ ਕਰਨ ਲਈ ਵਾਰ ਦੇਰੀ ਨਹੀਂ ਲੱਗਦੀ। ਖਿੰਨ ਮੈਂ ਊਪਤ ਪਰਲੋ ਕਰਤਾ। ਖਿੰਨ ਕਿੰਨਾ ਕੁ ਹੁੰਦਾ? ਅੱਖ ਦਾ ਮਿਟਣ ਦੇ ਖੁੱਲ੍ਹਣਾ ਹੀ ਆ ਨਾ। ਇੰਨਾ ਥੋੜ੍ਹਾ ਸਮਾਂ ਉਹਦੇ ਪੈਦਾ ਕਰਨ ਲੱਗਿਆ, ਉਹਦੇ ਨਾਸ ਕਰਨ ਲੱਗਿਆ ਦੇਰੀ, ਬਾਰ ਮੈਨੇ ਦੇਰੀ ਨਹੀਂ ਲੱਗਦੀ। ਉਹਦਾ ਤਾਂ ਖੇਲ ਹੀ ਆ ਨਾ, ਉਹਦੇ ਲਈ ਖੇਲ ਹੈ। ਤੇ ਜਦੋਂ ਮਹਾਰਾਜ ਗਏ ਉੱਧਰ ਮਾਲਵੇ 'ਚ, ਸਿੱਖ ਸੰਗਤਾਂ ਆਈਆਂ, ਡੱਲਾ ਵਗੈਰਾ ਸਾਰੇ ਸਰਦਾਰ ਮਹਾਰਾਜ ਆਨੰਦਪੁਰ ਭੋਗਵਾਦਾ ਚਾਲ ਝੁਲਦੇ ਸਨ, ਤਖਤ ਬਣੇ ਸਨ, ਲੰਗਰ ਦੀਵਾਨ ਚੱਲਦੇ ਸੀ, ਬੜੇ ਬੜੇ ਸਮਾਗਮ ਹੋਇਆ ਕਰਦੇ ਸੀ। ਸੰਗਤਾਂ ਦੀ ਚਹਿਲ ਪਹਿਲ, ਸਾਹਿਬਜ਼ਾਦੇ ਪਿਆਰੇ ਮੁਕਤੇ, ਪਿਤਾ ਜੀ ਮਾਤਾ ਜੀ, ਕਿੰਨੇ ਸਿੰਘ ਸਿੰਘਣੀਆਂ ਭੁਜੰਗੀ ਸ਼ਹੀਦ ਹੋਏ, ਕਿੰਨਾ ਲਿਟਰੇਚਰ, ਨਗਰ ਦਾ ਉਜਾੜਾ ਪੁਜਾੜਾ, ਕੀ ਕੁਝ ਹੋਇਆ। ਬੜਾ ਅਫਸੋਸ ਹੈ। ਮਹਾਰਾਜ ਲਕੀਰਾਂ ਖਿੱਚਣ ਲੱਗ ਪਏ। ਫਾਇਦਿਆਂ ਨੂੰ ਕਹਿ ਲਕੀਰਾਂ ਖਿੱਚੀ ਜਾ, ਹੁਣ ਉੱਤੇ ਕਲਮ ਫੇਰ ਦੇ। ਕਹਿੰਦੇ ਜਿਹੜੇ ਖਿੱਚੀਆਂ ਸੀ ਉਦੋਂ ਕਿੰਨੀ ਕੁ ਤਕਲੀਫ ਹੋਈ, ਜਿਹੜੇ ਕੱਟੀਆਂ ਹੋਣ ਕੋਈ ਹੋਈ ਤਕਲੀਫ? ਅਗੇ ਨਹੀਂ। ਕਹਿੰਦੇ ਸਾਡਾ ਤਾਂ ਖੇਲ ਹੀ ਆ। ਇੱਥੇ ਨਹੀਂ ਹਰਖ ਸ਼ੋਗ ਹੈ। ਨੌਵੇਂ ਪਾਤਸ਼ਾਹ ਕਹਿ ਗਏ ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਲੋ। ਇਹ ਤਾਂ ਜਿਹੜੇ ਸੰਸਾਰੀ ਅਗਿਆਨੀ ਲੋਕ, ਉਹਨਾਂ ਵਾਸਤੇ ਉਹ ਤਾਂ ਇੱਥੇ ਖੜੇ ਆ। ਉਹਦੀਆਂ ਉੱਧਰ ਲੱਖਾਂ ਫੌਜਾਂ ਮਰੀਆਂ, ਰੰਗੇ ਦੀਆਂ ਸੂਬਿਆਂ ਦੀਆਂ, ਘਰ ਘਰ ਲੰਡੀਆਂ, ਬੱਚੇ ਯਤੀਮ ਸੋਗ ਪਏ, ਇਹ ਪਿੱਟ ਰਹੇ ਹੈ ਕਿ ਜਿਹਦੇ ਵਾਸਤੇ ਅਸੀਂ ਸਾਰਾ ਆਡੰਬਰ ਕੀਤਾ, ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਫੇਰ ਸਰਜੀਤ ਘੁੰਮ ਰਹੇ ਆ। ਗੱਜ ਕੇ ਬੋਲੋ। ਉਹਨਾਂ ਦੇ ਸੋਗ ਸਿਆਪੇ ਪਏ ਆ,
ਮਹਾਰਾਜ ਆਨੰਦ ਵਿੱਚ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨਿਵਾਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ। ਪ੍ਰਭੂ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸੋ ਕਹਾਵੈ। ਉਹ ਤਾਂ ਐਸਾ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਉਹ ਜਿਹੜਾ ਕਰਤਾ ਪੁਰਖ ਆ, ਇਹ ਸਾਰੀ ਉਹਦੀ ਰਚਨਾ ਹੈ। ਉਹਨੂੰ ਬਣਾਉਣ ਵਿੱਚ, ਰੱਖਣ ਵਿੱਚ, ਨਸ਼ਟ ਹੋਣ ਵਿੱਚ ਕੋਈ ਫਰਕ ਨਹੀਂ। ਉਹ ਤਾਂ ਨਿਆਣਿਆਂ ਦੀ ਬਾਹਲੋ ਵਾਲੀ ਗੱਲ ਆ ਨਾ। ਉਹ ਪਹਿਲਾਂ ਮਿੱਟੀ ਦੀ ਬਾਹਲੋ ਬਣਾ ਲੈਂਦੇ ਆ, ਫਿਰ ਹੱਥਾਂ ਨਾਲ ਬਣਾਈ ਸੀ, ਪੈਰਾਂ ਨਾਲ ਢਾਈ ਆ, ਕੋਈ ਹੁੰਦਾ ਹਰ ਖਿਓਗ ਦੌੜ ਜਾਂਦੇ ਘਰ ਨੂੰ ਹੱਸਦੇ ਖੇਲਦੇ। ਬਸ ਮਹਾਰਾਜ ਲਈ ਤਾਂ ਐਵੇਂ ਕਿਵੇਂ ਆ। ਇਹਦਾ ਸੰਸਾਰ ਵਾਸਤੇ ਬੱਚਾ ਜੰਮ ਪਿਆ, ਕੋਈ ਮੱਛੜ ਪੈਣ ਲੱਗ ਪਿਆ, ਕੋਈ ਮਰ ਗਿਆ, ਪਿੱਟ ਪਟਾਈਆ ਸ਼ੁਰੂ ਹੋ ਗਿਆ। ਪਰ ਇਹ ਗੁਰੂ ਨਾਨਕ ਸਾਹਿਬ ਦਾ ਘਰ ਤੇ ਐਸਾ, ਜਿੱਥੇ ਕੋਈ ਹਰਕ ਸ਼ੋਕ ਨਹੀਂ, ਜਿੱਥੇ ਜੰਮਦਿਆਂ ਦੇ ਵੀ ਮਰਿਆਂ ਦੇ ਵੀ ਕੜਾਹ ਪ੍ਰਸ਼ਾਦ ਹੁੰਦੇ ਆ, ਕੜਾਹ ਪ੍ਰਸ਼ਾਦ ਛਕਦੇ, ਲੰਗਰ ਛਕਦੇ, ਭੰਡਾਰੇ ਚੱਲਦੇ ਆ। ਇਹ ਘਰ ਐਸਾ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਕਰਤੇ ਵਾਰ ਨਾ ਲਾਗੇ। ਜਿਹੜਾ ਕਰਤਾ ਪੁਰਖ ਆ ਉਹਨੂੰ ਵਾਰ ਦੇਰੀ ਨਹੀਂ ਲੱਗਦੀ। ਮਹਾਰਾਜ ਕਹਿੰਦੇ ਅਸੀਂ ਤਾਂ ਜਿਹੜਾ ਖੇਲ ਜਿਹਾ ਖੇਲ ਰਹੇ ਨਾ ਜੰਗ ਯੁੱਧ, ਇਹ ਤਾਂ ਮੁਰਦਾ ਹੋਏ ਲੋਕਾਂ 'ਚ ਜਾਨ ਪਾਉਣ ਵਾਸਤੇ ਕਰ ਰਹੇ ਹਾਂ। ਆਹ ਤਾਂ ਸਾਰੇ ਇੱਕ ਤੀਰ ਦੀ ਮਾਰ ਵੀ ਹੈ ਨਹੀਂ। ਮਹਾਰਾਜ ਕਹਿੰਦੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਇਹ ਤਾਂ ਸਾਡਾ ਇੱਕ ਖੇਲ ਬਣਾਇਆ ਹੋਇਆ, ਇਹ ਤਾਂ ਕੁਛ ਵੀ ਨਹੀਂ। ਇਸ ਕਰਕੇ ਇਹ ਲੋਕ ਮੁਰਦਾ ਹੋ ਚੁੱਕੇ ਆ, ਅਣਖ ਗੁਆ ਚੁੱਕੇ ਆ। ਇਹ ਜਿਹੜੇ ਹਿੰਦੁਸਤਾਨ ਦੇ ਲੋਕ, ਇਹਨਾਂ ਦੀ ਅਣਖ ਗੈਰਤ ਖਤਮ ਹੋਈ ਹੋਈ ਹੈ। ਇਹ ਦਿਨ ਘਟੀ ਕਰ ਰਹੇ ਆ। ਉਹ ਜ਼ਾਲਮ ਲੋਕ ਆਪਣੀ ਮਰਜ਼ੀ ਦੇ ਕਾਨੂੰਨ ਬਣਾ ਕੇ ਜੋਕਾਂ ਬਣ ਇਹਨਾਂ ਦਾ ਖੂਨ ਪੀ ਰਹੇ ਆ। ਇਹਨਾਂ ਦਾ ਸਾਹਸ ਹੀ ਖਤਮ ਹੋ ਚੁੱਕਿਆ। ਇਹਨਾਂ ਨੂੰ ਨਵਾਂ ਜੀਵਨ ਦੇਣ ਵਾਸਤੇ ਕਰ ਰਹੇ ਨੇ। ਅੰਮ੍ਰਿਤ ਛਕਾਏ, ਤਿਆਰ ਪਰ ਤਿਆਰ ਕੀਤੇ ਉਹੀ ਲੋਕ ਸੀ। ਉਹਨਾਂ ਜਿਹੜੇ ਅੰਮ੍ਰਿਤ ਬਾਣੀ ਨਾਮ ਦੀ ਸਪਿਰਟ ਭਰੀ, ਉਹੀ ਉਹਨਾਂ ਦੇ ਆਹੂ ਲਾਉਣ ਵਾਲੇ ਬਣਾਤੇ। ਕੋਈ ਆਕਾਸ਼ ਤੋਂ ਤਾਂ ਬੰਦੇ ਨਹੀਂ ਸੀ ਲਾਏ। ਇਹ ਖੰਡੇ ਵਰਤੇ ਅੰਮ੍ਰਿਤ ਦੀ ਸ਼ਕਤੀ ਮਹਾਰਾਜ ਨੇ ਕਿਰਪਾ ਕੀਤੀ ਕਿ ਉਹ ਸ਼ਸਤਰਾਂ ਦੇ ਬਲ ਨਾਲ ਤੁਸੀਂ ਵੀ ਸ਼ਸਤਰਧਾਰੀ ਬਣੋ, ਸੂਰਵੀਰ ਬਣੋ, ਬਹਾਦਰ ਬਣੋ। ਇਸ ਵਾਸਤੇ ਕਿਉਂਕਿ ਹੁਣ ਤਾਂ ਉਹ ਜਿਹੜੇ ਰਾਜਨੀਤਿਕ ਬੰਦੇ ਦਇਆ ਵਾਲਾ ਭਾਵ ਖਤਮ ਹੋ ਗਿਆ ਨਾ। ਜਿਹੜੇ ਸੱਤਾ ਆ ਜਾਂਦੀ ਫਿਰ ਸੱਤ ਭੁੱਲ ਜਾਂਦਾ ਨਾ, ਫਿਰ ਜ਼ੁਲਮ ਸ਼ੁਰੂ ਕਰ ਦਿੰਦਾ। ਕੋਈ ਇੱਕ ਰਾਜਾ ਸੀ, ਸਾਖੀਕਾਰ ਨੇ ਦੱਸਿਆ ਕਿ ਉਹਨੂੰ ਕੋਹੜਾ ਹੋ ਗਿਆ। ਬੜੇ ਇਲਾਜ ਕਰਾਏ, ਕੋਹੜ ਹਟੇ ਨਾ। ਹਕੀਮਾਂ ਦਾ, ਵੈਦਾਂ ਦਾ ਬਹੁਤ ਵੱਡਾ ਇਕੱਠ ਲਾਇਆ। ਬੜੇ ਬੜੇ ਇਲਾਜ ਹੋਏ। ਬਿਮਾਰੀ ਦਾ ਨਿਦਾਨ ਕਾਰਨ ਕੀ, ਕਿਹੜੀ ਚੀਜ਼ ਖਾਣ ਤੋਂ ਹੋਈ, ਕਿਹੜਾ ਕਪੱਤ, ਕਿਹੜਾ ਪੱਥ ਰੱਖਿਆ ਜਾਏ, ਕਿਹੜੀ ਜੜੀ ਬੂਟੀ, ਕਿਵੇਂ ਦਾ ਇਲਾਜ ਹੋਵੇ। ਰਾਜੇ ਨੇ ਕਿਹਾ ਵੀ ਮੂੰਹ ਮੰਗਿਆ ਇਨਾਮ ਮਿਲੇਗਾ। ਲਾਲਚ ਦਿੱਤਾ। ਉਹਨੇ ਸਾਰਿਆਂ ਨੇ ਇਕੱਠ ਕਰਕੇ ਬਿਮਾਰੀ ਬਾਰੇ ਪੂਰੀ ਖੋਜ ਕੀਤੀ। ਜਿਵੇਂ ਅੱਜ ਕੱਲ੍ਹ ਕਰੋਨਾ ਆ, ਇਹਦੇ ਬਾਰੇ ਖੋਜ ਕੀਤੀ ਹੈ। ਹੁਣ ਆਪ ਟੀਕੇ ਸ਼ੀਕੇ ਲਾ ਰਹੇ ਹੈ। ਇਸ ਤਰ੍ਹਾਂ ਉਹ ਇਸ ਸਿੱਟੇ 'ਤੇ ਪਹੁੰਚੇ ਕਿ ਹੰਸ ਦਾ ਪਿੱਤਾ ਕੱਢ ਕੇ ਉਹ 'ਚ ਫਲਾਨੀ ਜੜੀ ਬੂਟੀ ਮਿਲਾ ਕੇ ਰਾਜੇ ਨੂੰ ਦਵਾਈ ਦਿੱਤੀ ਜਾਏ, ਫਿਰ ਇਹ ਕੋਹੜ ਹਟੇਗਾ। ਹੁਣ ਹੰਸ ਆਮ ਤੇ ਹੈ ਨਹੀਂ, ਜਿੱਥੋਂ ਮਰਜ਼ੀ ਫੜ ਲਓ। ਹੁਣ ਬਗਲੇ ਤਾਂ ਆਮ ਛੱਪੜਾਂ ਦੇ ਤੁਰੇ ਫਿਰਦੇ, ਹੰਸ ਐਂ ਥੋੜ੍ਹੀ ਲਾਈਦੇ ਆ।
ਹੰਸ ਮਾਨ ਸਰੋਵਰ। ਹੁਣ ਆਪਣੇ ਜਿਹੜਾ ਮਾਨ ਸਰੋਵਰ ਸੀ ਉਹ ਚੀਨ ਨੇ ਜਦੋਂ ਹਮਲਾ ਕੀਤਾ ਬਾੜ ਤੇ ਉਦੋਂ ਦਾ ਕਾਬੂ ਕਰਕੇ ਬੈਠਾ। ਇਹ ਚੌਧਰੀ ਦਮਗਜੇ ਦਾ ਬਹੁਤ ਮਾਰਦੇ ਆ। 65,000 ਵਰਗ ਮੀਲ ਇਲਾਕਾ ਉਹ ਨੱਪ ਕੇ ਬੈਠਾ। ਉਧਰ ਨੂੰ ਮੂੰਹ ਨਹੀਂ ਕਰਦੇ। ਤੇ ਆ ਗੁਰੂ ਘਰ ਨੂੰ ਤਾਂ ਤੋਪਾਂ ਇੱਕਦਮ ਚੜ੍ਹ ਦਿੱਤੀਆਂ ਸੀ। ਜਿੱਧਰ ਜਾਣਾ ਉਧਰ ਤਾਂ ਬਲੂੰਗੜੇ ਬਣੇ ਹੋਏ ਆ ਤੇ ਗੁਰੂ ਘਰ 'ਤੇ ਹਮਲੇ ਕਰਨ ਲਈ ਬੜੇ ਸ਼ੇਰ ਬਣੇ ਹੁੰਦੇ ਆ। ਇਹ ਹਾਲ ਹੈ ਇਹਨਾਂ ਲੋਕਾਂ ਦਾ, ਇਹ ਹਾਲ ਹੈ। ਉਹ ਸਾਧ ਸੰਗਤ ਜੀ ਹੁਣ ਕਿਹਾ ਵੀ ਮਾਨ ਸਰੋਵਰ ਤੋਂ ਹੰਸ ਮਿਲਣਗੇ। ਹੰਸ 400 ਉਹ ਇੱਕ ਉਡਾਨ ਵਿੱਚ ਉੱਡ ਸਕਦਾ। ਐਡੀ ਇਹਦੇ 'ਚ ਸ਼ਕਤੀ ਹੈ ਪੰਛੀ ਦੇ ਵਿੱਚ। ਸਭ ਨੂੰ ਵੱਧ ਉਡਾਨ ਹੈ ਇਹਦੀ ਪੰਛੀਆਂ 'ਚ। ਉਹ ਕਾਬੂ ਕਿੱਥੇ ਹੋਣ? ਜਿੰਨੇ ਸ਼ਿਕਾਰੀ ਸੀ ਨਾ, ਪੁਰਾਣੇ ਬੁੱਢੇ ਨਵੇਂ ਜਵਾਨ, ਉਹਨਾਂ ਨੇ ਫਿਰ ਮੀਟਿੰਗ ਕੀਤੀ ਕਿ ਹੰਸ ਕਿਵੇਂ ਫੜਿਆ ਜਾਏ, ਆਪਾਂ ਨੂੰ ਰਾਜੇ ਤੋਂ ਇਨਾਮ ਬਹੁਤ ਮਿਲੂਗਾ, ਪੁਸ਼ਤਾਂ ਦੀ ਰੋਟੀ ਬਣ ਜਾਏਗੀ। ਉਹ ਮੀਟਿੰਗ 'ਚੋਂ ਨਹੀਂ ਕੀਤਾ ਕਿ ਹੰਸ ਉਵੇਂ ਤਾਂ ਯਕੀਨ ਕਰਦੇ ਨੇ, ਆਪਾਂ ਕਪਟ ਦਾ ਭਰਾਵਾ ਬਣਾ ਲਈਏ, ਕਪਟ ਦਾ ਭੇਸ ਧਾਰੀਏ। ਤੇ ਜਿਵੇਂ ਰਾਵਣ ਨੇ ਸੀਤਾ ਨੂੰ ਚੁਰਾਉਣ ਵਾਸਤੇ ਨਾ ਕਪਟ ਦਾ ਭੇਸ ਬਣਾਇਆ ਸੀ ਤੇ ਮੱਥੇ 'ਤੇ ਐਨ ਤਿਰਪੁੰਡ ਲਾ ਲਈਏ, 12 ਤਿਲਕ ਛਾਪੇ, ਟੰਗਮੀ ਜੀ ਧੋਤੀ, ਬੋਦੀ ਜੀ ਬੜੀ ਸਾਰੀ, ਧੌਣ ਦੇ ਪਿੱਛੇ ਗੰਢ ਜੀ ਦੇ ਕੇ ਸੁੱਟ ਲਈਏ ਤੇ ਹੱਥ ਵਿੱਚ ਇੱਕ ਕਮੰਡਲ ਜਿਹਾ ਫੜ ਕੇ ਪੂਰੇ ਪੇ ਜਿਵੇਂ ਕਾਸ਼ੀ ਤੋਂ ਹੁਣੇ ਬ੍ਰਾਹਮਣ ਆਏ ਆ, ਇਸ ਤਰ੍ਹਾਂ ਦਾ ਪਹਿਰਾਵਾ ਬਾਣੀ 'ਚ ਆਉਂਦਾ ਨਾ, ਪਹਿਰਾਵਾ ਦੇਖ ਖੂਬ ਬਜਾਏ। ਪਹਿਰਾਵਾ ਦੇਖ ਕੇ ਫਸ ਜਾਂਦੇ ਆ ਨਾ ਕਈ ਵਾਰੀ। ਉਧਰ ਉਹ ਹਰਨ ਕਪਟ ਦਾ ਬਣਿਆ ਸੀ। ਸੀਤਾ ਕਹੇ ਮੈਨੂੰ ਲਿਆ ਕੇ ਦਿਓ ਸੋਨੇ ਦਾ। ਕਿਹਾ ਵੀ ਭਿਉਂ ਥੋੜ੍ਹੀ ਹੁੰਦਾ ਅੱਗੇ, ਨਹੀਂ ਜੀ। ਉਹ ਹੁਣ ਦਪਾਸੀਆ ਸੀ ਤੇ ਦੋਏ ਬੋਲੀਆਂ ਬੋਲ ਲੈਂਦਾ ਸੀ। ਰਾਮਚੰਦਰ ਜੀ ਦੀ ਬੋਲੀ 'ਚ ਬੋਲਿਆ, ਹਾਏ ਲਛਮਣ ਮੈਂ ਮਰ ਗਿਆ। ਸੀਤਾ ਕਹਿੰਦੇ ਰਾ ਭਰਾ ਮਾਰਤਾ। ਕਹਿੰਦੇ ਨਹੀਂ, ਉਹ ਨਹੀਂ ਮਰਦੇ, ਪਰ ਉਹ ਹਟੀ ਨਾ, ਤੇਰੀ ਆਹਟ ਛੱਡਿਆ। ਕੋਈ ਵਚਨ ਇਹੋ ਜਿਹਾ ਕਿਹਾ ਕਿ ਮਜਬੂਰੀ ਜਾਣਾ ਪਿਆ। ਹੁਣ ਫਿਰ ਉਹਦੇ ਦੁਆਲੇ ਲਛਮਣ ਰੇਖਾ ਬਾਤ। ਅੱਜ ਕੱਲ੍ਹ ਮਾਈਆਂ ਨਾ ਕਿ ਆਟੇ ਨੂੰ ਕੀੜੇ ਕੂੜੇ ਨਾਲ ਚੜ੍ਹ ਜਾਣ, ਉਹ ਚਾਕ ਜਿਹਾ ਉਹਦਾ ਨਾਂ ਲਛਮਣ ਰੇਖਾ ਰੱਖਿਆ। ਉਹ ਕੀੜੇ ਨਹੀਂ ਆਉਂਦੇ, ਉਹ ਵੀ ਡਰਦੇ ਆ। ਉਹਦਾ ਨਾਂ ਹੈ ਲਛਮਣ ਰੇਖਾ ਰੱਖ ਲਿਆ ਉਹ ਚਾਕ ਦਾ। ਮਾਈਆਂ ਫੇਰ ਦਿੰਦੀਆਂ ਨਾ ਡੱਬਿਆਂ ਦੁਆਲੇ ਤੇ ਕੀੜੇ ਨਾ ਜਾਣ। ਹੁਣ ਫਿਰ ਰੇਖਾ ਕੱਢ ਦਿੱਤੀ, ਫਿਰ ਲਓ ਇਹ ਤੂੰ ਬਾਹਰ ਨਾ ਜਾਈਂ, ਤੇ ਜੇ ਤੂੰ ਹੱਥ ਨਹੀਂ ਛੱਡਣਾ। ਤੇ ਰਾਵਣ ਬੜਾ ਸਿਆਸਤਦਾਨ ਸੀ, ਇੱਕ ਤਾਂ ਬ੍ਰਾਹਮਣ, ਇੱਕ ਪੜ੍ਹਿਆ ਲਿਖਿਆ ਚੰਗਾ ਸੀ ਤੇ ਛਾਲ ਕਰਨ ਵਿੱਚ ਬੜਾ ਨੀਤੀ ਨਿਪੁੰਨ ਸੀ। ਹੁਣ ਫਿਰ ਇਹੋ ਜਿਹਾ ਭਰਾਵਾ ਜਿਹਾ ਬਣਾ ਲਿਆ ਕਪਟ ਦਾ। ਓਮ ਨਮੋ ਨਾਰਾਇਣ ਭਿੱਖਿਆ ਲੈਣ ਆ ਗਿਆ। ਉਹ ਜਿਹੜੇ ਨੇੜੇ ਗਿਆ ਤਾਂ ਉੱਥੋਂ ਅੱਗ ਪਵੇ। ਮੰਤਰੀ ਜੰਤਰੀ ਤੰਤਰੀ ਬੜਾ ਸੀ। ਇਹ ਤਾਂ ਵਿਆਹ ਜਿਹੜੀ ਲਿਖੀ ਹੈ ਇਹਦੇ 'ਚ ਕੋਈ ਗੱਲ ਹੈਗੀ। ਉਹ ਕਹਿੰਦਾ ਜੀ ਤੂੰ ਬਾਹਰ ਆ ਕੇ ਭਿੱਖਿਆ ਦੇ ਨਹੀਂ ਸ਼ਰਾਪ ਦੇ ਦੂੰ। ਉੱਥੇ ਉਹ ਲਛਮਣ ਦਾ ਬਚਨ ਤਾਂ ਛੱਡਤਾ, ਜਿਹੜਾ ਕਪਟੀ ਉਹਦੇ ਬਚਨ 'ਤੇ ਭਰੋਸਾ ਕਰ ਲਿਆ ਤੇ ਉਹ ਚੁੱਕ ਕੇ ਲੈ ਗਿਆ। ਉੱਥੇ ਲਿਖਿਆ ਨਾ ਕਵੀ ਨੇ, ਜੇਕਰ ਸੀਤਾ ਲੀਕ ਨਾ ਟੱਪਦੀ ਕਿਉਂ ਰਾਵਣ ਲੈ ਜਾਂਦਾ, ਬਚਨੋਂ ਛੋੜ ਕਬਚਨੋਂ ਹੋਵੇ ਸੋਈਓ ਧੱਕੇ ਖਾਂਦਾ। ਆ ਸਾਨੂੰ ਵੀ 5 ਕਕਾਰਾਂ ਜਿਹੜੇ ਦਿੱਤੇ ਸੀ ਨਾ, ਇਹ ਲਛਮਣ ਰੇਖਾ ਸੀ। ਗੁਰਬਾਣੀ
ये रहत मर्यादा छड्डती तां ही मार खा रहे हैं। मार खा रहे हैं कि नहीं? ते महाराज की मर्यादा छड्डती। मर्यादा धार लो तो महाराज हुण भी बरकत देवेगा। महाराज तो उत्थे खड़े आ, असीं हिल गए हैं, साडा कोई असूल नहीं रह गया। मर्यादा त्यागती, पानी भी छड्डता, बाणा भी छड्डता, नितनेम सेवा सिमरन छड्डता, करोमां की बेअदबी धड़ा धड़, नशा ना गरक गया। परसों यूपी तो सिंह आए उत्तराखंड, कहते साढ़े कोई भी बेअदबी नहीं सिख करता। ये सुन, महाराष्ट्र वाल चल जाओ, ये ज़्यादा जोर इत्थे पिया होया। ये हालत जो इत्थे बनी है, घर घर रोना पिटना पिया है। जनानियां रोंदियां, शराबां नशा च करके पै, चिट्टियां छुट्टियां, बच्चे तड़फदे फिरदे, बुरा हाल होया। सो इस करके इन्हें भी कपट का भेस धार लिया शिकारियां। वो हरन बेचारे कुछ तो उड़ गए, कुछ जाल च फस गए। ये तो बड़े काशी के ब्राह्मण आए है, बड़े तिलक छापे लाए हुए है, पर वो कपट का स्नेह सी ना। जिहड़ा सियाणा वो तो कहता कपट स्नेह मोहे न भावा। कपट की प्रीति नहीं सानू भाउंदी कि उतों तो बहुत मोमों ठगड़ियां करनगे, हिरदे च कपट रखन, हथ भी जोड़नगे, मत्थे भी टेकणगे, अंदर कपट रखना। उन्होंने मारन गया जिन मन होर मुख होर से कांडे कचिया, रत्ते इश्क खुदाए रंग दी दार, बिसरिया जिन नाम ते भोए भार थीए। पर गुरु का परवान कौन है? मन साचा मुख साचा सोए, अवर न पेखा एक स्वन होए, नानक ये लक्षण ब्रह्म ज्ञानी होए। आपको जे समुद्र बंद किया, दो पंक्तियां सारे दस गए। सो इस करके वो फस गए। लै वैद भी खुश कि सानू नाम मिलेगा, शिकारी भी खुश। राजे ने देखा भी जानवर बड़े भोले भाले है, कि वेद का मंत्र है हिंसो परम धर्म, ये बहुत बड़ा धर्म है, किसी की हिंसा ना करनी। कि कोड मेरे कर्मां का, ये भी गारंटी नहीं हटे या ना हटे। इन्हां जियां का भोले भाले जानवरों का घात करा, हंस किते मिलता है, बड़ा कीमती जानवर है। उहदे मन च दया आ गई। दया धर्म का मूल है, पाप मूल अभिमान, तुलसी दया न छोड़िए, जब लग घट में प्राण। ते बाणी कहती 68 तीरथ सगल पुन जी दया प्रवान। शिकारियां नूं कहा भी फड़े किवें ये दसो मैनूं। कहते महाराज असीं कपट दे ब्राह्मण बने सी, कपट दे टिके लाए सी, कपट दीयां धोतियां टंगवियां लाइयां, बोधी बना के गंढ दे के छड्डी धौण दे उत्ते, मत्थे ते छापे लाए हुए सी, बाहां ते ढिड ते भी लाए हुए सी, एक मंडली ये भी फड़ी हुई सी। जिवें हुण आ जोगियां दा आ रहा भी सिंगी भी फड़ी हो सी, बटुआ भी, झोली भी सी, खप्पर भी फड़िया होया सी, किंग भी फड़ी हुई सी। तेरी किंगरी किंकरी अनूप बाजै, सुन जोगी के मन मीठी लागै, जोगिया मतवारो रे। ये बनाया सी ना राजा, वो तो हुण खुश पे राजा हुण इनाम देवेगा, वैद्यां नूं भी इनाम मिलेगा, शिकारियों नूं भी। राजा कहता तू बहुत भोले जानवर, तुसीं इन्हां नाल छल कीता। छल करना बहुत पाप है, कपट करना ये बड़ा पाप है। हेरा फेरी करनी, ठगी ठोरी, हाथ ते हाथ मार के बडंबनी क्रिया करनी। राजे ने कहा जाल तो कढ़ दो, छड़ दो,
ਉਹ ਅਡਾਰੀ ਮਾਰਗ ਹੈ। ਹੁਣ ਜਦੋਂ ਕਿਸੇ ਦੀ ਰੱਖਿਆ ਕਰੋ ਅੰਦਰੋਂ ਤਾਂ ਆਸ਼ੀਰਵਾਦ ਦਿੰਦਾ ਹੀ ਹੈ, ਇਹ ਤਾਂ ਸਾਰਿਆਂ 'ਚ ਮਾਲਕ ਹੀ ਆ ਨਾ। ਜਦੋਂ ਰਾਜਾ ਇਸ਼ਨਾਨ ਕਰਨ ਲੱਗਾ ਉਹਦਾ ਸਾਰਾ ਸਰੀਰ ਹੀ ਸੁੱਧ ਹੋ ਗਿਆ। ਕੰਚਨ ਵਰਗੀ ਦੇ ਇਹ ਦਇਆ ਐਸੀ ਚੀਜ਼। ਹੁਣ ਆ ਕਿੰਨੇ ਕਿਸਾਨ ਮਰ ਗਏ, 2-4 ਰੋਜ਼ ਮਰਦੇ ਆ। ਕੋਈ ਦਇਆ ਵਾਲਾ ਬੀਜ ਹੈਗਾ, ਕੋਈ ਸੁਣਾਈ ਹੈ, ਕੋਈ ਢੋਈ ਮਿਲ ਰਹੀ ਹੈ। ਕਿਸ ਤਰ੍ਹਾਂ ਦੇ ਪੱਥਰ ਦਿਲ ਇਹਨਾਂ ਲੋਕਾਂ ਦੇ ਬਣੇ ਹੋਏ ਆ। ਪੱਥਰ ਵੀ ਪਿਘਲ ਜਾਂਦਾ, ਉਹ 'ਚੋਂ ਸਲਾਜੀਤ ਨਿਕਲਦੀ ਹੈ। ਪਾਣੀ ਦੇ ਚਸ਼ਮੇ ਅੱਜ ਦੇ ਰਾਜਨੀਤਿਕਾਂ ਦੇ ਹਿਰਦੇ ਕਿਵੇਂ ਵਜਰ ਵਾਂਗ ਕਠੋਰ ਬਣੇ ਹੋਏ ਆ। ਦਇਆ ਵਾਲਾ ਭਾਵ ਖਤਮ ਹੋ ਗਿਆ ਹੈ, ਕਿਉਂਕਿ ਦਇਆ ਦੁਆਪਰ ਅੱਧੀ ਹੋਈ, ਸਤਿ ਤਾਂ ਪੂਰੀ ਹੀ ਦੁਆਪਰ ਜੱਦੀ। ਹੁਣ ਤਾਂ ਨਾ ਮਾਂ ਪਿਓ ਵਾਲਾ ਕੋਈ, ਨਾ ਕੋਈ ਰਿਸ਼ਤਾ, ਬਸ ਇੱਕੋ ਹੀ ਹੈ। ਅੜਕੰਪ ਮਚਿਆ ਹੋਇਆ। ਸੋ ਮਹਾਰਾਜ ਸੱਚੇ ਪਾਤਸ਼ਾਹ ਸਮੱਤ ਦਿੰਦੇ ਹਨ। ਹਾਂਜੀ, ਵਿਸ਼ਰਾਮ ਦੇ ਕੇ ਕਿਰਪਾ ਕਰਦੇ ਹਨ। ਪਾਣੀ ਦਾਨ ਪਵਨ ਬੰਦ ਰੱਖੇ। ਹਾਂਜੀ, ਪਾਣੀ ਪ੍ਰਾਣ ਪਵਨ ਬੰਦ ਰੱਖੇ। ਇਹ ਪਾਣੀ ਔਰ ਪ੍ਰਾਣ ਤੇ ਪਵਨ ਜੋ ਵਾਯੂ ਹੈ, ਬੰਦ ਰੱਖੇ। ਇਹ ਸਾਰੇ ਉਹਨ ਬੰਨ੍ਹ ਕੇ ਰੱਖੇ ਹੋਏ ਹਨ। ਚੰਦ ਸੂਰਜ ਮੁਖ ਦੀਏ। ਰਾਤ ਦਾ ਦੀਵਾ, ਚੰਦਰਮਾ, ਦਿਨ ਦਾ ਸੂਰਜ। ਇਹ ਤੇਲ ਬੱਤੀ ਤੋਂ ਬਿਨਾਂ ਜਗਦੇ ਹਨ, ਤੇਲ ਨਹੀਂ ਲਾਉਣੀ ਪੈਂਦੀ। ਇਹ ਕਿਨ ਬਣਾਏ ਆ? ਕਿਹੜੀ ਸਾਇੰਸ ਨੇ ਬਣਾਏ ਆ? ਕਿ ਉਸ ਮਾਲਕ ਦੇ ਬਣਾਏ ਹੋਏ ਹਨ। ਮਰਨ ਜੀਵਨ ਕੋ ਧਰਤੀ ਦੀਨੀ। ਔਰ ਮਰਨ ਨੂੰ, ਜੀਵਨ ਨੂੰ ਵੀ ਧਰਤੀ ਦਿੱਤੀ ਹੈ। ਧਰਤੀ 'ਚੋਂ ਅੰਨ ਪਾਣੀ ਸਾਰਾ ਕੋਈ ਪੈਦਾ ਹੁੰਦਾ, ਖਾਣ ਨੂੰ ਵੀ ਦਿੰਦੀ ਹੈ। ਜਿਹੜੇ ਮਰ ਜਾਂਦਾ ਨਾ ਤੇ ਮਾਂ ਬਾਪ ਵੀ ਨਹੀਂ ਸੰਭਾਲਦੇ, ਫਿਰ ਇਹ ਧਰਤੀ ਸੰਭਾਲਦੀ ਹੈ। ਚਾਹੇ ਕਬਰਸਤਾਨ ਆ, ਚਾਹੇ ਸ਼ਮਸ਼ਾਨ ਘਾਟ ਆ, ਇਹ ਹੀ ਸੰਭਾਲਦੇ ਨਾ। ਸੰਤ ਬਾਬਾ ਜੈਮਲ ਸਿੰਘ ਭੂਰੀ ਵਾਲੇ, ਉਹ ਪਹਿਲਾਂ ਮੁਲਾਜ਼ਮਾਤ ਕਰਦੇ ਸੀ। ਛਾਪਾ ਪਿਆ, ਜੀਰੀ ਸੀ ਦੇ ਵਿੱਚ ਕੋਈ ਮਿਲਾਇਆ, ਉਹ ਜਿਹਨੇ ਤਾਂ ਕੁਝ ਮਿਲਾਇਆ ਸੀ ਉਹ ਫੜੇ ਗਏ। ਤੇ ਸੰਤ ਉਹਨੇ ਸੱਚ ਕਿਹਾ, ਛੱਡ ਦਿੱਤਾ। ਉਹ ਅੱਗੇ ਸ਼ਮਸ਼ਾਨ ਘਾਟ ਦੇ ਕੋਲੋਂ ਲੰਘੇ ਤੇ ਜਦੋਂ ਮਹਾਰਾਜ ਨੇ ਕਿਸੇ ਨੂੰ ਆਪਣੇ ਨਾਲ ਖਿੱਚਣਾ ਨਾ, ਕਿ ਹਰ ਚੀਜ਼ ਉਹਨੂੰ ਸਿੱਖਿਆ ਦੇਣ ਲੱਗ ਪੈਂਦੀ। ਗੋਰਨ ਮਾਣੀ ਸੱਟ ਕਰੇ ਨੀ ਘਰਿਆ ਘਰ ਆਓ, ਸਰ ਪਰ ਮੈਥੇ ਆਪਣਾ ਕਰ ਮੈਥੋਂ ਨਾ ਡਰਿਓ। ਕਹਿੰਦੇ ਇੱਥੇ ਆਉਣਾ 4 ਦਿਨ ਦੀ ਜ਼ਿੰਦਗੀ, ਕੱਲ੍ਹ ਹੀ ਕੂੜ ਕਪਤ ਕਰਦਾ। ਉੱਥੋਂ ਬਰਾਗ ਹੋ ਗਿਆ। ਸੰਤ ਗੋਪਾਲ ਸਿੰਘ, ਉਹਨਾਂ ਦੀ ਸੰਗਤ ਹੋ ਗਈ, ਇਸ ਪਾਸੇ ਆ ਗਏ। ਕਿੰਨੇ ਲੰਗਰ ਚਲਾਏ, ਕੁੰਭਾਂ ਦੇ ਮੇਲਿਆਂ 'ਤੇ ਜਾ ਜਾ ਕਿੰਨੇ ਅਸਥਾਨਾਂ ਦੀ ਸੇਵਾ ਬਾਬਾ ਜੈਮਲ ਸਿੰਘ ਭੂਰੀ ਵਾਲੇ ਕਰਾ ਗਏ। ਸੋ ਇਸ ਵਾਸਤੇ ਇਹ ਸਾਰੀ ਚੀਜ਼ ਜਿਹੜੀ ਮਾਲਕ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ, ਇਹ ਪ੍ਰਾਣ, ਨਾਸਾਂ ਵੀ, ਮੂੰਹ ਵੀ, ਕੰਨ ਵੀ, ਹੋਰ ਇੰਦਰੀਏ 9 ਗੋਲਕਾਂ ਖੁੱਲੀਆਂ, 10ਵਾਂ ਦੁਆਰ। ਇਹ ਪ੍ਰਾਣ ਕਿਵੇਂ ਬੰਨ੍ਹ ਕੇ ਰੱਖੇ ਆ? ਜਿੱਦਣ ਉਹਦਾ ਹੁਕਮ ਹੈ ਗੰਢ ਖੁੱਲ੍ਹ ਗਈ, ਹਰੀ ਹਰ ਬਸ। ਉਹ ਜਿਹੜਾ ਭੂਪੜਾ ਉੱਡਦਾ ਫਿਰਦਾ ਸੀ, ਨੀਚੇ ਆ ਕੇ ਡਿੱਗ ਪੈਂਦਾ। ਜੀਵਤ ਲੋ ਵਿਵਹਾਰ ਹੈ ਸਭ ਸੁਪਨ ਸਮਾਨੰ। ਆ ਜਿੰਦਿਆਂ ਹੀ ਆ ਸਾਰਾ, ਫੂਕ ਨਿਕਲ ਗਈ ਤਾਂ ਕੁਛ ਵੀ ਨਹੀਂ। ਦੇਖ ਸੋ ਫੂਕ ਤਾਂ ਹੋਏ ਗਇਓ ਸੁਆਹਾ, ਫੂਕ ਭਰੀਓ ਹੈ। ਉਹ ਫੂਕ ਜਿਹੜੇ ਨਿਕਲ ਗਈ ਬਸ ਸੁਆਹ। ਫਿਰ ਤਾਂ ਘੜੀ ਕੋਈ ਰੱਖਣ ਲਈ ਤਿਆਰ ਨਹੀਂ।
ਉਹ ਸੋਹਣੇ ਸੋਹਣੇ ਬੈੱਡ ਹੁੰਦੇ ਆ, ਕਰਾਕਰੀ ਦਾ ਸਮਾਨ, ਹੋਰ ਲੱਲੜ ਪੱਲੜ ਕਿੰਨਾ ਕੁਛ, ਖਾਣ ਲਈ ਕਈ ਤਰ੍ਹਾਂ ਦੀਆਂ ਸਮੱਗਰੀਆਂ, ਸਾਰੀਆਂ ਧਰੀਆਂ ਧਰਾਈਆਂ ਛੱਡ ਕੇ ਚਲੇ ਜਾਂਦਾ। ਇਸ ਵਾਸਤੇ ਮਹਾਰਾਜ ਕਹਿੰਦੇ ਇਹ ਧਰਤੀ ਤੇਰੇ ਜੀਵਨ ਵਾਸਤੇ ਵੀ, ਤੈਨੂੰ ਮਰੇ ਨੂੰ ਸੰਭਾਲਣ ਵਾਸਤੇ ਵੀ ਉਹਨ ਦਿੱਤੀ ਹੈ। ਧਰਤੀ ਨੂੰ ਤੂੰ ਥੋੜ੍ਹੀ ਪੈਦਾ ਕੀਤਾ ਹੈ। ਇਤੇ ਗੁਣ ਵਿਸਰੇ, ਹਾਂਜੀ, ਮਰਨ ਜੀਵਨ ਕੋ ਧਰਤੀ ਦੀਨੀ। ਇਤੇ ਥੋੜ੍ਹਾ ਜਿਹਾ ਮੈਗ ਤੂੰ ਪਿੱਛੇ ਰਿਹਾ ਕਰੋ, ਫਿਰ ਆਵਾਜ਼ ਪਟ ਜਾਂਦੀ ਹੈ, ਸਮਝ ਨਹੀਂ ਆਉਂਦੀ। ਜਿਹੜੇ ਜ਼ਿਆਦਾ ਨੇੜੇ ਕਰੀਏ ਨਾ ਚਿਹਰਾ, ਫਿਰ ਉਹ ਆਵਾਜ਼ ਪਤਾ ਨਹੀਂ ਲੱਗਦਾ। ਹਾਂਜੀ, ਮਰਨ ਜੀਵਨ ਕੋ ਧਰਤੀ ਦੀਨੀ। ਇਤੇ ਗੁਣ ਵਿਸਰੇ। ਪਰ ਕਿੰਨੇ ਗੁਣ ਇਸ ਮੂਰਖ ਨੇ, ਉਹ ਸਾਰੇ ਗੁਣ ਜਿਹੜੇ ਆ ਉਹ ਭੁਲਾ ਦਿੱਤੇ ਹਨ। ਆਪਣਾ ਦਾ ਦੱਸੂ, ਸਾਡੇ ਗੋਹਾ ਗੁਣ ਹੈ, ਮੇਰੇ ਬੱਚੇ ਨਾਲ ਡਿਗਰੀ ਡਿਪਲੋਮਾ ਲੈ ਲਿਆ, ਅਤੇ ਜਿਸ ਮਾਲਕ ਨੇ, ਜਿਹਦੀ ਕਿਰਪਾ ਨਾਲ ਤੈਨੂੰ ਡਿਗਰੀ ਡਿਪਲੋਮੇ ਮਿਲੇ ਹੈ, ਉਹ ਚੇਤੇ ਉਹਨੂੰ ਭੁਲਾ ਦਿੰਦਾ ਹੈ। ਸਿੱਧ ਸਾਧਕ ਹਰਿ ਜੋਗੀ ਜੰਗਮ। ਸਿੱਧ ਸਿੱਧੀਆਂ ਵਾਲੇ, ਸਾਧਕ ਸਾਧਨਾ ਕਰਨ ਵਾਲੇ, ਯੋਗੀ ਜੰਗਮ ਜਿਹੜੇ ਤੁਰੇ ਫਿਰਦੇ ਨੇ, ਟਲੀਆਂ ਜਿਹੀਆਂ ਵਜਾਉਂਦੇ, ਸ਼ਿਵ ਜੀ ਦਾ ਵਿਆਹ ਕਰਦੇ ਫਿਰਦੇ ਹੁੰਦੇ ਆ, ਸਿਰ 'ਤੇ ਫੰਗ ਜਿਹਾ ਬੰਨੇ ਹੁੰਦੇ ਆ, ਟਲੀਆਂ ਜਿਹੀਆਂ ਖੜਕਾਉਂਦੇ ਹੁੰਦੇ ਆ, ਬਾਜ਼ਾਰਾਂ 'ਚ ਘੁੰਮਦੇ ਆ। ਇਸ ਤਰ੍ਹਾਂ ਦੇ ਜਿੰਨੇ ਵੀ ਜੰਗਮ ਵਗੈਰਾ ਜਾਂ ਜੜ ਚੇਤਨ ਰੂਪ ਜਿੰਨੇ ਜੀਵ ਹਨ, ਔਰ ਪੀਰ ਵਗੈਰਾ ਜਿਹੜੇ ਮੁਸਲਮਾਨਾਂ ਦੇ ਹੈ, ਹਾਂਜੀ, ਹੋਰ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਹੈਗੇ ਆ। ਜੇ ਦਿਲ ਮਿਲਾ ਤਾਂ ਕੀਰਤ ਆਖਾਂ। ਜਦੋਂ ਕੋਈ ਰੱਬ ਦਾ ਪਿਆਰਾ ਮਿਲ ਜਾਏ, ਹੇ ਮਾਲਕ ਤੇਰੀ ਕਿਰਪਾ ਹੋਵੇ, ਫਿਰ ਇਹ ਚੰਗੇ ਪੁਰਸ਼ਾਂ ਦੀ ਸੰਗਤ ਮਿਲਦੀ ਹੈ। ਇਹ ਤੇਰੀ ਕੀਰਤੀ ਜਿਹੜੀ ਵਡਿਆਈ ਹੈ, ਉਹਨੂੰ ਆਖਣਾ ਕਰਾਂ। ਤਾਂ ਮਨ ਸੇਵ ਕਰੇ, ਤਾਂ ਮਨ ਸੇਵ ਕਰੇ। ਤਾਂ ਫਿਰ ਕਹਿੰਦੇ ਆ ਕਿ ਇਹ ਜਿਹੜਾ ਮਨ ਆ, ਇਹ ਤੇਰੇ ਘਰ ਦੀ ਸੇਵਾ ਕਰੇਗਾ। ਕਾਗਜ਼ ਧੂਲ ਰਹਿ ਬਿਨ ਸੰਗੇ। ਜਿਵੇਂ ਹੁਣ ਕਾਗਜ਼ ਨੂੰ ਤੇਲ ਲਾ ਦਿਓ ਜਾਂ ਘਿਓ ਲਾ ਦਿਓ, ਲੂਣ ਲਾ ਦਿਓ, ਉਹ ਪਾਣੀ 'ਚ ਗਲਦਾ ਨਹੀਂ ਨਾ ਹੈ, ਉਹ ਕਾਇਮ ਰਹਿੰਦਾ ਹੈ। ਪਾਣੀ ਕਮਲ ਰਹਿ। ਜਿਵੇਂ ਪਾਣੀ ਵਿੱਚ ਕਬਲ ਨਿਰਲੇਪ ਰਹਿੰਦਾ, ਜੇ ਹੇ ਪਾਤਸ਼ਾਹ ਤੇਰੀ ਕਿਰਪਾ ਹੋ ਜਾਏ, ਫਿਰ ਤਾਂ ਮਾਇਆ 'ਚ ਰਹਿੰਦਾ ਵੀ ਨਿਰਲੇਪ ਰਹਿ ਸਕਦਾ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਧੰਨ ਧੰਨ ਬਾਬਾ ਅਤਰ ਸਿੰਘ ਜੀ ਮਹਾਰਾਜ, ਮਸਤੂਆਣੇ ਵਾਲੇ। ਸਰਦੀ ਦਾ ਮੌਸਮ ਸੀ, ਕੰਬਲੀ ਦੀ ਬੁੱਕਰ ਮਾਰੀ ਹੋਈ ਸੀ। ਇੱਕ ਕੋਈ ਆ ਗਿਆ ਰਮਤਾ ਯੋਗੀ, ਮਨ 'ਚ ਫੁਰਨਾ ਬਣਿਆ ਕਿ ਜਿਹੜਾ ਗਿਆਨਵਾਨ ਉਹ ਮਾਇਆ 'ਚ ਨਿਰਲੇਪ ਕਿਵੇਂ ਰਹਿੰਦਾ ਹੈ। ਇੱਕ ਤਾਂ ਇਹ, ਦੂਜਾ ਸਕਲਪ ਹੋ ਗਿਆ, ਜੇ ਸੰਤ ਜਾਣੀ ਜਾਣ ਹੋਣ ਨਾ, ਠੰਡ ਬੜੀ ਹੈ, ਕੰਬਲੀ ਬੜੀ ਸੋਹਣੀ ਹੈ ਲੋਈ, ਇਹ ਮੈਨੂੰ ਦੇ ਦੇਣ। ਉਹ ਜਲਿਆ, ਆਓ ਬਾਬਾ ਜੀ ਠੰਡ ਬੜੀ ਹੈ, ਆਹ ਕੰਬਲੀ ਲੈ ਲਓ, ਬੁੱਕਲ ਮਾਰ ਲਓ, ਐਵੇਂ ਠੁਰ ਠੁਰ ਕਰਦੇ ਫਿਰਦੇ ਆ, ਦੰਦੀਆਂ ਵੱਜਣ ਡਈਆਂ, ਆ ਲੈ ਲਾ। ਨਹੀਂ ਨਹੀਂ ਮਹਾਰਾਜ, ਕਹਿੰਦੇ ਉੱਤੋਂ ਤਿਆਗੀ ਬਣਦਾ ਨਾ, ਮੰਗੀ ਜਾਂਦਾ। ਕਹਿੰਦੇ ਜਿਵੇਂ ਕੰਬਲੀ ਲਾ ਕੇ ਫੜਾਤੀ ਬ੍ਰਹਮ ਗਿਆਨੀ, ਇਉਂ ਮਾਇਆ ਲਾ ਕੇ ਪਰੇ ਰੱਖ ਦਿੰਦਾ ਹੁੰਦਾ। ਇੱਕ ਤੀਰ ਨਾਲ ਦੋ ਨਿਸ਼ਾਨੇ ਕਰਤੇ ਮਹਾਂਪੁਰਖਾਂ ਨੇ। ਦੋਹਾਂ ਪ੍ਰਸ਼ਨਾਂ ਦਾ ਉੱਤਰ ਜਿਹੜੇ ਗਿਆਨਵਾਨ ਕਹਿੰਦੇ, ਜਿਵੇਂ ਕੰਬਲੀ ਲਾ ਕੇ ਪਰੇ ਰੱਖਤੀ ਨਾ, ਇਉਂ ਗਿਆਨਵਾਨ ਮਾਇਆ ਨੂੰ ਵੀ ਪਰੇ ਤਿਆਗ ਦਿੰਦਾ। ਕਹੋ ਕਬੀਰ, ਜਬ ਤਿਆਗ ਦਈ ਤਬ ਫਿਰ ਸ਼ਰਣੀ ਆਏ ਪਈ। ਸੂਰਜ ਵੱਲ ਨੂੰ ਮੂੰਹ ਕਰਕੇ ਤੁਰੀਏ ਨਾ, ਛਾਇਆ ਮਗਰ ਮਗਰ ਦੌੜਦੀ ਹੈ, ਜੇ ਸੂਰਜ ਨੂੰ ਪਿੱਠ ਦੇਈਏ ਤਾਂ ਮੋਹਰੇ ਮੋਹਰੇ ਦੌੜਦੀ ਹੈ। ਜਿੰਨਾ ਲੋਕ ਇਹਨੂੰ ਹਟਦੇ ਆ ਨਾ, ਉਹ ਨਹੁੰ ਭੱਜਦੀ ਹੈ। ਕਹੋ ਕਬੀਰ, ਜਬ ਤਿਆਗ ਦੇਈ ਤਾਂ ਫਿਰ ਸਰਣੀ ਆਏ ਪਈ। ਇਸ ਵਾਸਤੇ ਐਸਾ ਹੈ
ਐਸੇ ਭਗਤ ਮਿਲਹਿ ਜਗ ਨਾਨਕ। ਮਹਾਰਾਜ ਕਹਿੰਦੇ ਜੇ ਐਸੇ ਸੰਤਾਂ ਭਗਤਾਂ ਦਾ ਮਿਲਾਪ ਹੋ ਜਾਵੇ, ਕਿਨ ਜਮ ਕਿਆ ਕਰੈ। ਜਮ ਰਾਜਾ ਉਹਨਾਂ ਨੂੰ ਕੀ ਕਰੇਗਾ? ਕਿ ਦੂਰ ਰਹੀ ਉਹ ਜਮ ਕੀ ਬਾਟ। ਬਾਬਾ ਹਰਨਾਮ ਸਿੰਘ ਭੁੱਚੋਂ ਵਾਲੇ ਮਹਾਂਪੁਰਖ ਹੁੰਦੇ ਸੀ ਨਾ, ਉਹਨੇ ਇੱਕ ਮੁਨਸ਼ੀ ਰੱਖਿਆ ਹੁੰਦਾ ਸੀ। ਜਿਹੜੇ ਕੋਈ ਪ੍ਰੇਮਿਆ ਤੇਰਾ ਨਾਂ ਕੀ ਹੈ? ਤੇਰੇ ਪਿਤਾ ਦਾ ਨਾਂ ਕੀ ਹੈ? ਤੇਰੇ ਦਾਦੇ ਪੜਦਾਦੇ ਦਾ, ਲੱਕੜ ਦਾਦੇ ਦਾ ਕੀ ਨਾਂ ਹੈ? ਕਹਿਣਾ ਜਾਓ, ਸਭ ਮੁਕਤ ਕਰ ਦਿੱਤੇ, ਸਭ ਮੁਕਤ। ਕਿਉਂਕਿ ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਹੜੇ ਮੁਕਤ ਪੁਰਸ਼, ਹੁਣ ਪਾਇਲਟ ਇੱਕ ਹੁੰਦਾ ਨਾ, ਉਹ ਜਾਗਦਾ ਸੁਚੇਤ ਹੋਵੇ, ਜਹਾਜ਼ 'ਚ ਕਿੰਨੀਆਂ ਸਵਾਰੀਆਂ ਨੂੰ ਕਿੱਥੇ ਲੈ ਜਾਂਦਾ। ਬੱਸ ਦਾ ਡਰਾਈਵਰ ਸੁਚੇਤ ਹੋਵੇ, ਭਾਵੇਂ ਸਾਰੀ ਬੱਸ ਸੁੱਤੀ ਹੋਵੇ, ਪਾਰ ਲੈ ਜਾਂਦਾ ਕਿ ਨਹੀਂ। ਤੇ ਜੇ ਡਰਾਈਵਰ ਸੌ ਜਾਏ, ਪਾਇਲਟ, ਇਹ ਤਾਂ ਗਾਇਆ ਹੈ ਨਾ। ਇਸ ਤਰ੍ਹਾਂ ਜਿਹੜਾ ਜਾਗਿਆ ਹੋਇਆ ਪੁਰਸ਼, ਮਹਾਂਪੁਰਖ, ਉਹ ਆਪਣੀ ਕਮਾਈ ਦੇ ਨਾਲ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ, ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਤੇ ਬਾਣੀ ਕਹਿੰਦੀ ਗੁਰਮੁਖ ਕੋਟ ਆਧਾਰ ਦਾ, ਦੇ ਨਾਵੈ ਇੱਕ ਕਣੀ। ਜਿਹੜਾ ਗੁਰਮੁਖ, ਮਨਮੁਖ ਦੀ ਗੱਲ ਨਹੀਂ, ਗੱਲ ਗੁਰਮੁਖ ਦੀ ਚੱਲ ਰਹੀ ਹੈ, ਜਿਹਨੂੰ ਨਾਮ ਦੀ ਬਰਕਤ ਮਿਲ ਗਈ। ਹਾਂਜੀ, ਖੇਤੀ ਛੁੱਟੀ ਨਾਲ ਉਹਨਾਂ ਦੇ ਪਿੱਛੇ ਕਿੰਨੀ ਸ੍ਰੇਸ਼ਟੀ ਛੁਟਕਾਰਾ ਪਾ ਜਾਂਦੀ। ਇਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਦੇ ਉਪਦੇਸ਼, ਉਹਨਾਂ ਦੇ ਹੀ ਪਾਵਨ ਸਥਾਨ 'ਤੇ ਸ਼ਰਵਣ ਕਰਨ ਦਾ। ਡੱਲੇ ਸੰਗਤਾਂ ਆਈਆਂ, ਬੇਰ ਸਾਹਿਬ ਆਈਆਂ, ਦੇਸ ਪ੍ਰਦੇਸ ਤੋਂ ਆਈਆਂ, ਸਾਰੀਆਂ ਸੰਗਤਾਂ ਨੂੰ ਮਹਾਰਾਜ ਨੇ ਆਪਣਾ ਉਪਦੇਸ਼ ਬਖਸ਼ਿਆ। ਵੱਧ ਤੋਂ ਵੱਧ ਖੰਡਿਆ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਰੋਮਾਂ ਦੀ ਬੇਅਦਬੀ ਤਿਆਗੋ, ਨਸ਼ਿਆਂ ਫੈਸ਼ਨਾਂ ਪੇਸ਼ਿਆਂ ਦਾ ਤਿਆਗ ਕਰੋ ਔਰ ਗੁਰੂ ਵਾਲੇ ਬਣੋ। ਤੜਕੇ ਉਠੋ, ਇਸ਼ਨਾਨ ਕਰੋ, ਸ੍ਰੀ ਜਪਜੀ ਸਾਹਿਬ, ਸ਼ਾਮ ਨੂੰ ਰਹਿ ਰਾ ਕੀਰਤਨ ਸੋਹਲਾ, 24 ਘੰਟਿਆਂ 'ਚੋਂ 2.5 ਘੰਟੇ ਸੰਗਤ ਵਿੱਚ ਬਾਣੀ ਸਿਮਰਨ ਚਲਾਓ, ਸੇਵਾ 'ਚ। ਅਤੇ ਬਾਕੀ ਕਿਰਤ ਜਿਹੜੀ ਹੈ, ਧਰਮ ਦੀ ਕਿਰਤ, ਆਰਾਮ ਦੀ, ਉਹ 'ਚੋਂ 10ਵਾਂ ਹਿੱਸਾ ਉਹ ਗੁਰੂ ਕਾਰਜਾਂ ਵਾਸਤੇ ਖਰਚੋ। ਇਹ ਮਹਾਰਾਜ ਨੇ ਬੜਾ ਸੁਖੈਨ ਰਸਤਾ ਸੰਸਾਰ ਸਾਗਰ ਤੋਂ ਪਾਰ ਹੋਣ ਦਾ ਬਖਸ਼ਿਸ਼ ਕੀਤਾ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ, ਸਭ ਦਾ ਧੰਨਵਾਦ। ਮਹਾਰਾਜ ਮਿਹਰ ਕਰਨ, ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਪ੍ਰਬੰਧਕਾਂ ਦਾ, ਸਮੂਹ ਸੇਵਾਦਾਰਾਂ ਦਾ, ਸਰਬੱਤ ਸੰਗਤ ਦਾ ਧੰਨਵਾਦ। ਮਹਾਰਾਜ ਮਿਹਰ ਕਰਨ, ਪੰਥ ਵਿੱਚ ਏਕਤਾ, ਪਾਕ ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।